ਕਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਕਰੀਏ ਗੁਰ ਵਿਚਾਰ। ये सिमरन ते माध्यम है, ये रसना गाए, ये सिफत सलाह करे ਤਾਂ ਇਹ ਤਾਂ ਮਾਰਗ ਹੈ ਪ੍ਰਮਾਤਮਾ ਦੇ ਨਾਲ ਮਿਲਾਪ ਦਾ। ਤੁਸੀਂ ਪੁੱਛੋ ਭਗਤ ਕਬੀਰ ਸਾਹਿਬ ਨੂੰ, ਕਬੀਰ ਸਾਹਿਬ ਕਹਿੰਦੇ ਮੇਰਾ ਮਿਲਾਪ ਹੋਇਆ, ਪਰ ਲੋਕਾਂ ਨੇ ਆਖਿਆ ਕਬੀਰ ਵਿਗੜ ਚੁੱਕਿਆ ਹੈ। ਆਪ ਜੀ ਨੂੰ ਪੰਕਤੀਆਂ ਯਾਦ ਆਈਆਂ ਹੋਣਗੀਆਂ, ਗੰਗਾ ਕੈ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਸਲਤਾ ਨਦੀ ਗੰਗਾ ਦੂਜੀਆਂ ਨਦੀਆਂ ਨਾਲੋਂ ਕੁਝ ਸਰਵੋਤਮ ਮੰਨੀ ਜਾਂਦੀ ਹੈ, ਉੱਤਮ ਮੰਨੀ ਜਾਂਦੀ ਹੈ, ਪਾਵਨ ਮੰਨੀ ਜਾਂਦੀ ਹੈ ਹਿੰਦੂ ਧਰਮ ਦੇ ਅਨੁਸਾਰ। ਤੋ ਇੱਕ ਮਨੌਤ ਅਨੁਸਾਰ ਜਦੋਂ ਛੋਟੀਆਂ ਨਦੀਆਂ ਜਾ ਕੇ ਗੰਗਾ ਵਿੱਚ ਪਈਆਂ ਤੇ ਹੁਣ ਉਹਨਾਂ ਨਦੀਆਂ ਦਾ ਕੋਈ ਆਖੇ ਸੁਭਾਅ ਵਿਗੜ ਗਿਆ, ਪਰ ਆਪਣੀ ਆਪਣੀ ਸੋਚ ਹੈ ਨਾ, ਸਮਝ ਆਪਣੀ ਆਪਣੀ। ਜਦੋਂ ਗੁਰੂ ਨਾਨਕ ਸਾਹਿਬ ਦੇ ਨਾਲ ਦੁਨੀ ਚੰਦ ਤੁਰਿਆ, ਇੱਕ ਵਾਰ ਗਿਆ, ਦੋ ਵਾਰ ਗਿਆ, ਥੋੜ੍ਹਾ ਸਫ਼ਰ ਕਰਕੇ ਵਾਪਸ ਆ ਜਾਂਦਾ ਸੀ। ਤੇ ਜਿੱਦਣ ਗੁਰੂ ਨਾਨਕ ਸਾਹਿਬ ਨੇ ਚੌਥੀ ਪੰਜਵੀਂ ਵਾਰ ਜਾ ਕੇ ਦਰਵਾਜ਼ੇ ਤੇ ਆਵਾਜ਼ ਦਿੱਤੀ, ਦੁਨੀ ਚੰਦ ਆ ਚੱਲੀਏ, ਲੋਕਾਈ ਦੇ ਭਲੇ ਹਿੱਤ ਆਪਾਂ ਪ੍ਰਚਾਰ ਕਰਨਾ ਹੈ ਰਲ ਮਿਲ ਕੇ, ਆ ਸਾਡੇ ਨਾਲ ਚੱਲ। ਦਰਵਾਜ਼ੇ ਤੇ ਖਲੋ ਕੇ ਆਵਾਜ਼ ਦਿੱਤੀ ਤੇ ਉਸ ਦਿਨ ਘਰ ਵਾਲੀ ਦੀ ਜ਼ੁਬਾਨ ਤੋਂ ਬੋਲ ਆਏ ਸੀ, ਉਹ ਤਾਂ ਘਰ ਨਹੀਂ। ਕੀ ਮਤਲਬ ਸੀ ਇਹਦਾ? ਇਹਦਾ ਮਤਲਬ ਸੀ ਕਿ ਜਦੋਂ ਧਰਮ ਦੇ ਰਾਹ ਉੱਤੇ ਤੁਰਨਾ, ਲੋਕਾਂ ਦੀ ਸੋਚ ਵਿੱਚ ਇਹ ਖਿਆਲ ਘਰ ਕਰ ਜਾਂਦਾ ਹੈ ਕਿ ਅਸੀਂ ਵਿਹਲੇ ਨਹੀਂ, ਇਹਨੂੰ ਵਿਹਲਿਆਂ ਵਾਲਾ ਕੰਮ ਸਮਝਦੇ ਨੇ। ਗੁਰੂ ਨਾਨਕ ਸਾਹਿਬ ਨੂੰ ਵੀ ਲੋਕਾਂ ਨੇ ਆਖਿਆ ਸੀ ਇਹ ਤੇ ਵਿਹਲਾ ਹੈ, ਇਹ ਤੇ ਨਖੱਟੂ ਹੈ, ਇਹ ਤੇ ਕੁਰਾਈਆ ਹੈ। ਇਹ ਸ਼ਬਦ ਇਸਤੇਮਾਲ ਕੀਤੇ ਸਨ। ਕਿਉਂ ਕੀਤੇ? ਦੁਨੀ ਚੰਦ ਨੂੰ ਗੁਰੂ ਨਾਨਕ ਸਾਹਿਬ ਆਵਾਜ਼ ਦਿੰਦੇ, ਦੁਨੀ ਚੰਦ ਚੱਲੀਏ, ਘਰ ਵਾਲੀ ਕਹਿੰਦੀ ਉਹ ਘਰ ਨਹੀਂ, ਕਿਉਂਕਿ ਬੰਦਾ ਐਸਾ ਸੋਚਦਾ ਹੈ ਕਿ ਗੁਰੂ ਨਾਨਕ ਦੇ ਨਾਲ ਇਹ ਤੇ ਗੁਰੂ ਨਾਨਕ ਆਪ ਵਿਗੜਿਆ। ਇਹਨੇ ਤੇ ਆਪਣੇ ਬਾਪ ਦਾ ਕਹਿਣਾ ਨਾ ਮੰਨਿਆ, ਇਹਨੇ ਖੇਤੀ ਨਾ ਕੀਤੀ, ਪਸ਼ੂ ਚਾਰਨ ਗਿਆ, ਪਸ਼ੂ ਨਾ ਚਾਰੇ ਗਏ। ਜੇ ਇਹਨੂੰ ਵਣਜ ਕਰਨ ਭੇਜਿਆ ਤੇ ਵਣਜ ਨਾ ਹੋਇਆ ਤੇ ਇਹ ਨਾ ਹੋਵੇ ਕਿਤੇ ਮੇਰੇ ਪਤੀ ਨੂੰ ਵੀ ਵਿਗਾੜਦਾ। ਤਾਈਓ ਜਵਾਬ ਦੇ ਦਿੱਤਾ, ਕਹਿਣ ਲੱਗੀ ਉਹ ਘਰ ਨਹੀਂ। ਤੋ ਸਹਿਜ ਸੁਭਾਏ ਮਹਾਰਾਜ ਦੀ ਰਸਨਾ ਤੋਂ ਨਿਕਲਿਆ ਸੀ, ਫਿਰ ਨਾ ਹੋਊ, ਇਸ਼ਾਰਾ ਹੀ ਸੀ ਨਾ। ਗੰਗਾ ਕੈ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਬਿਗੜਿਓ ਕਬੀਰਾ ਰਾਮ ਦੁਹਾਈ। ਰੱਬ ਦੀ ਸਿਫਤ ਕਰਦਾ ਕਰਦਾ ਕਹਿੰਦੇ ਕਬੀਰ ਵੀ ਵਿਗੜ ਗਿਆ। ਪਰ ਵਿਗੜਿਆ ਕਿਵੇਂ? ਵਿਗੜਿਆ ਨਹੀਂ, ਇਹ ਦੁਨੀਆ ਦੀ ਨਜ਼ਰ ਵਿੱਚ ਸੀ, ਭਗਤਾਂ ਦੀ ਚਾਲ ਦੁਨੀਆਦਾਰ ਕਹਿੰਦੇ ਉਲਟੀ ਆ, ਪਰ ਗੁਰੂ ਸਾਹਿਬ ਨੇ ਉੱਥੇ ਬਚਨ ਵਰਤਿਆ, ਭਗਤਾਂ ਕੀ ਚਾਲ ਨਿਰਾਲੀ। ਉਹਨਾਂ ਨੂੰ ਲੋਕਾਂ ਨੇ ਉਲਟੀ ਚਾਲ ਮੰਨਿਆ। ਇਹ ਤਾਂ ਵਿਹਲਿਆਂ ਦਾ ਕੰਮ ਹੈ। ਕਬੀਰ ਸਾਹਿਬ ਬੈਠੇ ਸਨ, ਬੰਦਗੀ ਕਰਦੇ, ਤੁਰੇ ਜਾਂਦੇ ਲੋਕਾਂ ਨੇ ਮਖੌਲ ਕੀਤਾ, ਕਹਿਣ ਲੱਗੇ ਓਏ ਵੇਖੋ ਕਿਵੇਂ ਸਾਫ ਸੁਥਰੇ ਕੱਪੜੇ ਪਾ ਕੇ ਚੌਂਕੜਾ ਲਾਈ ਬੈਠਾ ਹੈ, ਲੋਕ ਆ ਜਾਂਦੇ ਨੇ, ਭੇਟਾ ਰੱਖ ਜਾਂਦੇ ਨੇ, ਮੌਜ ਕਰਦਾ। ਕਬੀਰ ਸਾਹਿਬ ਨੇ ਸੁਣ ਲਿਆ, ਆਵਾਜ਼ ਦਿੱਤੀ, ਕਹਿਣ ਲੱਗੇ ਵੀ ਭਲਿਓ ਆ ਜਾਓ। ਕਿੱਥੇ ਚੱਲੇ ਹੋ? ਆਖਣ ਲੱਗੇ ਜੀ ਦਿਹਾੜੀ ਦੱਪਾ ਕਰਕੇ, ਮਿਹਨਤ ਕਰਕੇ, ਖੂਨ ਪਸੀਨਾ ਵਹਾ ਕੇ ਤੇ ਆਪਣੇ ਪਰਿਵਾਰ ਦਾ ਪੇਟ ਭਰਦੇ ਆ, ਹੋਰ ਕੀ ਕਰਦੇ ਆ? ਕਬੀਰ ਸਾਹਿਬ ਕਹਿੰਦੇ ਕਿੰਨਾ ਕੁ ਮਿਹਨਤਾਨਾ ਮਿਲਦਾ? ਉਹਨਾਂ ਨੇ ਉਹਨੇ ਸਮੇਂ 'ਚ ਦੱਸਿਆ ਵੀ ਇੰਨਾ ਕੁ ਮਿਲਦਾ। ਕਬੀਰ ਸਾਹਿਬ ਕਹਿੰਦੇ ਦੁੱਗਣਾ ਦੇ ਦਿਆਂਗਾ, ਮੇਰਾ ਕੰਮ ਕਰੋਗੇ? ਕਹਿਣ ਲੱਗੇ ਅਸੀਂ ਤਾਂ ਦਿਹਾੜੀ ਕਰਨੀ ਹੈ, ਜਿੱਥੇ ਮਰਜ਼ੀ ਲਾ ਲਓ। ਕਬੀਰ ਸਾਹਿਬ ਨੇ ਬਿਠਾਇਆ, ਕਹਿਣ ਲੱਗੇ ਨਹਾ ਲਓ, ਇਸ਼ਨਾਨ ਕਰੋ, ਸੋਹਣੇ ਕੱਪੜੇ ਪਹਿਨ ਲਓ, ਚੌਂਕੜਾ ਲਗਾਓ ਤੇ ਉਸ ਅਕਾਲ ਪੁਰਖ ਦੀ ਬੰਦਗੀ ਵਿੱਚ, ਖੁਦਾ ਦੀ, ਪਰਮਾਤਮਾ ਦੀ ਇਬਾਦਤ ਵਿੱਚ ਮਗਨ ਹੋ ਜਾਓ। ਕਹਿਣ ਲੱਗੇ ਕੰਮ ਹੀ ਬੜਾ ਸੌਖਾ। ਚੌਂਕੜਾ ਲੱਗ ਗਿਆ, 15-20 ਮਿੰਟ, ਅੱਧਾ ਘੰਟਾ ਗੁਜ਼ਰਿਆ ਤੇ ਗੋਡੇ ਲੱਗੇ ਬਦਲਣ ਉੱਤੇ ਥੱਲੇ। ਕਬੀਰ ਸਾਹਿਬ ਕਹਿੰਦੇ ਇੱਦਾਂ ਨਹੀਂ, ਦਿਹਾੜੀ ਦੇਣੀ ਹੈ, ਕੰਮ ਵੀ ਚੰਗੇ ਢੰਗ ਨਾਲ ਲਵਾਂ। ਚੌਂਕੜਾ ਲਗਾ ਕੇ ਇਕਾਗਰ ਹੋ ਕੇ ਬਹਿ ਜਾਓ, ਕਮਰ ਸਿੱਧੀ, ਚੌਂਕੜਾ ਲੱਗਾ ਰਹੇ, ਹਿੱਲਣਾ ਨਹੀਂ।
मालिक की सिफत लाओ। एक डेढ़ घंटे बाद उठ के कहन लगे चुको अपनी माड़ा, ये काम साथों नहीं हुंदा। दुनियादार वेख के कह सकते ने वो आ ते वेलियां दा काम है, जाके गुरु घर विच बह गए शाम नूं, कोई काम नहीं इन्हां नूं। नौजवान कहिंदे होणगे कईयां बजुर्गां नूं, तुहाडे चों भी कईयां नूं कहिंदे होणगे नौजवान। मैं उन्हां नौजवान वीरां नूं भी बेनती करां भी सज्जणो इन्हां बजुर्गां दा धन्नवाद करिया करो। आ 2-4 दिन पहलों समाध भाई नानकसर मैं कथा करके आया, समागम चलदा उत्थे ते लुधियाने तो ही 2 सज्जण गए, मॉडल टाउन रहिंदे ने ते बड़े अमीर ने, दौलत बड़ी निरंकार ने बख्शी आ। ते जिहड़ा उहदा पति सी ना उस भैन दा, वो भी नाल सी। जदों वापसी आ रहे सी ते कहंदे भी ज्ञानी जी इन्हां नूं भी कुछ समझाओ। मैं कहा जी की होया? कहन लगे सारा दिन पाठ ही करी जाती है, इनू भी कुछ समझाओ, सारा दिन पाठ ही करी जाती, जदों वेखो पाठ करती है। मैं कहा फिर तो चंगा काम कर रही है। कहन लगे साडे वास्ते टाइम ही कोई नहीं। वो कहती भी दसो प्रशादा मैं तैयार कर दी है, तुहानू छकाउनी है, तुहाडे बस्तर हर चीज़ तैयार होंदी है, दसो मेरे वालों कमी, तो जे मैं बाणी पढ़दी है तो की दोष है? मैं एक गल कही सी, मैं क्या जी बेशुमार दौलत बख्शी निरंकार ने तुहानू ये पता नहीं कि इसे भैन दा जप तप उहदे सदका खा रहे हुए, भुलेखा ना खाना। मैं उन्हां नौजवान वीरां नू बेनती करांगा ਜਿਹੜੇ बजुर्गों नू धर्म स्थानां ते जाण तो रोकदे ने। मैं बड़ियां नू मिलना, ऐसे बड़े सारे सज्जण नौजवान मिलते हैं, कहते की लोड़ है, ये तो वेले ने बजुर्ग, जाके बह गए उत्थे घंटा डेढ़ घंटा बतीत करके घर आ जाते हैं। वो नौजवानों जे तुहाडे कारोबारां विच तुहानू सफलता मिल रही आ, तुहानू चंगियां नौकरियां चंगा धन प्राप्त हो रहा है, तो उन्हां जपण वालियां दी बदौलत हो रहा है। ये किसी भुलेखे विच ना रवे, कोई मत कोई भरम रहे साडे अंदर। इस भुलेखे नू तोड़ के गुरु घर विच सिख ने आउणा है, ये भरम अपने चित्त चों कड्ढना है। वो निकलेगा किवें? जदों ए धरा पत पवड़ियां चढ़िए होए अकीस, किवें होवांगे? बिगड़ियो कबीरा राम दुहाई। रब की सिफत करदा करदा लोग कहिंदे कबीर बिगड़ गया, पर कबीर बिगड़िया नहीं। कबीर की बन गया? अगलियां उदाहरणा दे के समझाउंदे ने। साच भैओ अनकतै ना जाई, हुण मेरा चित्त सदा थिर रहण वाले परमात्मा विच मगन हो गया। हुण मैं एक वाहिगुरू नूं छड्ड के अपने मन विच किते होर थावें नहीं भटकदा। मन स्थिर हो गया, मन सिफत सलाह विच जुड़ गया। चंदन कै संग तरवर बिगड़ियो, सो तरवर चंदन होए निबरियो। पारस कै संग तांबा बिगड़ियो, सो तांबा कंचन होए निबरियो। बिगड़ गया। हुण तांबा महंगा कि सोना? पारस नाल छूए तांबा ते की बन गया? सोना। पारस कै संग तांबा बिगड़ियो, सो तांबा कंचन होए निबरियो। अंत विच कहिंदे संतन संग कबीरा बिगड़ियो। कबीर की बन गया? सो कबीरा रामै होए निबरियो। कहिंदे वो रब बन गया। गजब दी कहानी है। लोग कहिंदे कबीर बिगड़ गया, पर कहिंदे संत जनां दे भगत जनां दे संग विच बह के कबीर बिगड़िया। पर कबीर किवें बिगड़िया? की बन गया? पहलों ते मैं एक इंसान सी, एक मनुख सी, पर हुण मनुख नहीं रहा, मेरी सुरत निरंकार विच लीन हो गई, मैं रब वर्गा ही हो गया। कबीर साहब कहते कोई फर्क ही नहीं रहा। संतन संग कबीरा बिगड़ियो, सो कबीरा रामै होए निबरियो। वो रब दा रूप बन गया, रब विच अभेद हो गया। ये धरा पत पवड़ियां चढ़िए होए अकीस। अगलियां पंक्तियां विच हजूर बख्शिश करते ने। सुन गल्लां आकाश की कीटा आई रीस। हुण जिन्हां ने जपिया सिमरिया, इस राह उत्ते तुरे के परमात्मा नाल मिलाप हो जाए और चलदियां चलदियां पुज गए। उन्हां वल वेख के
ਕਈਆਂ ਦੇ ਮਨ ਵਿੱਚ ਖਿਆਲ ਆਇਆ, ਜਿਹੜੇ ਗਿਣਤੀਆਂ ਮਿਣਤੀਆਂ ਕਰ ਰਹੇ ਸੀ ਤੇ ਜੀਭਾਂ ਤੋਂ ਜਪ ਜਪ ਕੇ ਕਹਿੰਦੇ ਸੀ ਅਸੀਂ ਹੀ ਜਪਦੇ ਹਾਂ, ਦੂਸਰਾ ਕੋਈ ਨਹੀਂ ਜਪਦਾ। ਐਸੇ ਐਸੇ ਜਪਣ ਵਾਲੇ ਵੀ ਮੈਂ ਵੇਖਦਾ ਹਾਂ, ਗੁਰੂ ਘਰ ਵਿੱਚ ਬਣਿਆ ਪ੍ਰਸ਼ਾਦ ਨਹੀਂ ਲੈਂਦੇ। ਉਹ ਕਹਿੰਦੇ ਅਸੀਂ ਆਪਣੇ ਹੱਥੀਂ ਹੀ ਬਣਾ ਕੇ ਛਕਣਾ। ਕੈਸਾ ਜਪਦੇ ਨੇ ਇਹ, ਕੈਸਾ ਜਪਣਾ? ਜਪਣ ਵਾਲੇ ਅੰਦਰੋਂ ਤੇ ਭਿੰਨ ਭੇਦ ਮਿਟਦਾ ਹੈ ਸਾਧ ਸੰਗਤ। ਜੇ ਜਪਣ ਨਾਲ ਸਾਡੇ ਅੰਦਰ ਭਿੰਨ ਭੇਦ ਛੂਤ ਛਾਤ ਪੈਦਾ ਹੋ ਗਿਆ ਤੇ ਖਿਆਲ ਕਰਿਓ ਫਿਰ ਅਸਾਂ ਨੇ ਜਪਿਆ ਨਹੀਂ, ਕੇਵਲ ਜਪਣ ਦਾ ਅਡੰਬਰ ਕੀਤਾ ਹੈ। ਜਪਣ ਵਾਲੇ ਦੇ ਅੰਦਰੋਂ ਤੇ ਭੇਦ ਮਿਟਦੇ ਨੇ, ਵਿਥ ਮਿਟਦੀ ਹੈ, ਸਾਰਾ ਸੰਸਾਰ ਇੱਕ ਨਿਰੰਕਾਰ ਦਾ ਰੂਪ ਨਜ਼ਰ ਆਉਂਦਾ ਹੈ। ਫਿਰ ਸਾਡੇ ਅੰਦਰ ਇਹ ਭਿੰਨ ਭੇਦ ਪੈਦਾ ਕਿਸ ਨੇ ਕੀਤਾ? ਇਹਦਾ ਮਤਲਬ ਹੈ ਅਸੀਂ ਜੋ ਜਪਿਆ, ਅਸੀਂ ਜੋ ਗਿਣਤੀਆਂ ਮਿਣਤੀਆਂ ਕੀਤੀਆਂ, ਉਹ ਜਪਿਆ ਨਹੀਂ, ਉਹ ਕੇਵਲ ਲੋਕਾਂ ਨੂੰ ਦਿਖਾਇਆ ਹੈ ਕਿ ਅਸੀਂ ਜਪਿਆ। ਦੂਜਿਆਂ ਨੂੰ ਅਸੀਂ ਨੀਵਾਂ ਸਾਬਤ ਕਰਨਾ ਚਾਹੁੰਦੇ ਹਾਂ ਵੀ ਤੇਰੇ ਹੱਥ ਦੀ ਚੀਜ਼ ਮੈਂ ਨਹੀਂ ਖਾਣੀ, ਤੂੰ ਨੀਵਾਂ ਹੈ ਮੈਂ ਉੱਚਾ ਹੈ। ਕਮਾਲ ਹੋ ਗਈ। ਇਹ ਕੈਸਾ ਜਪਣਾ ਹੈ? ਇਹੋ ਜਿਹਾ ਜਪਣ ਤੋਂ ਗੁਰੇਜ਼ ਕਰ ਸਿੱਖਾ। ਇਦਾਂ ਦਾ ਜਪਣਾ ਨਹੀਂ ਜੀਭ ਨੇ। ਜੀਭ ਜਪੇ ਤੇ ਇੱਕਮਿਕ ਹੋ ਜਾਏ ਸੰਸਾਰ ਵਿੱਚ ਅਭੇਦਤਾ। ਇਹ ਭਿੰਨ ਭੇਦ ਦਾ ਜਿਹੜਾ ਅਡੰਬਰ ਸੀ ਇਹ ਖਤਮ ਹੋ ਜਾਏ। ਆ ਸਾਡੇ ਸੱਜੇ ਹੱਥ ਨੂੰ ਜੇ ਸੱਟ ਲੱਗ ਜਾਏ ਤੇ ਕੀ ਅਸੀਂ ਕਹਿੰਦਾ ਖੱਬਾ ਹੱਥ ਕਹਿੰਦਾ ਵੀ ਚੰਗਾ ਹੋਇਆ ਤੈਨੂੰ ਸੱਟ ਲੱਗ ਗਈ? ਨਹੀਂ ਕਹਿੰਦਾ ਨਾ। ਪੈਰ ਤੇ ਚੋਟ ਲੱਗ ਜਾਏ, ਪੈਰ ਨੀਵਾਂ ਗੰਦੇ ਮੰਦੇ ਥਾਵਾਂ ਤੇ ਵੀ ਪੈਂਦਾ, ਪੈਰ ਨੂੰ ਚੋਟ ਲੱਗ ਜਾਏ ਤੇ ਉੱਤੇ ਬੈਠਾ ਸਿਰ ਕਹਿੰਦਾ ਚੰਗਾ ਹੋਇਆ ਚੋਟ ਲੱਗ ਗਈ ਹੈ। ਤੂੰ ਤੇ ਗੰਦੇ ਥਾਵਾਂ ਤੇ ਪੈ ਜਾਣਾ, ਨੀਵਾਂ ਹੈ, ਕਦੇ ਨਹੀਂ ਕਹਿੰਦਾ। ਜੇ ਪੈਰ ਤੇ ਚੋਟ ਲੱਗੇ ਅਸੀਂ ਓਨਾ ਹੀ ਦਰਦ ਹਿਰਦੇ 'ਚ ਮਹਿਸੂਸ ਕਰਦੇ ਹਾਂ, ਜੇ ਹੱਥ ਨੂੰ ਚੋਟ ਲੱਗੇ ਓਨਾ ਹੀ ਦਰਦ ਮਹਿਸੂਸ ਕਰਦੇ ਹਾਂ, ਜੇ ਸਿਰ ਵਿੱਚ ਚੋਟ ਲੱਗੇ ਤੇ ਦਰਦ ਉੱਦਾਂ ਹੀ ਮਹਿਸੂਸ ਕਰਦੇ ਹਾਂ। ਇਹਦਾ ਮਤਲਬ ਅੰਗ ਜੁਦਾ ਜੁਦਾ ਨੇ ਪਰ ਦਰਦ ਤੇ ਕਿਤੇ ਅੰਦਰ ਇੱਕ ਥਾਵੇਂ ਬਰਾਬਰ ਹੀ ਹੋ ਰਿਹਾ ਹੈ। ਉਹ ਇਹ ਮਨੁੱਖ ਜੁਦਾ ਜੁਦਾ ਨਜ਼ਰ ਆਉਂਦੇ ਨੇ, ਇਹ ਵੱਖਰੇ ਵੱਖਰੇ ਦਿਖਾਈ ਪੈਂਦੇ ਨੇ, ਪਰ ਅਸਲ ਵਿੱਚ ਅੰਦਰ ਤਾਂ ਇਹਨਾਂ ਸਾਰਿਆਂ ਦੇ ਇੱਕੋ ਹੀ ਨਿਰੰਕਾਰ ਬੈਠਾ ਹੈ। ਉਹ ਫਿਰ ਜਪਣ ਵਾਲਿਆ, ਇਹਨਾਂ ਨਾਲ ਤੇਰੀ ਸਾਂਝ ਬਣਨੀ ਸੀ ਜਾਂ ਇਹਨਾਂ ਨਾਲੋਂ ਵਿਥ ਪੈਣੀ ਸੀ? ਇਹ ਕੈਸਾ ਜਪਣਾ ਹੈ? ਸੁਣ ਗੱਲਾਂ ਆਕਾਸ਼ ਕੀ। ਉਹ ਜਪਣ ਵਾਲੇ ਉਸ ਵਿੱਚ ਅਭੇਦ ਹੋ ਗਏ ਤੇ ਜਿਹਨੇ ਰੀਸ ਕਰਨੀ ਆਰੰਭ ਕੀਤੀ, ਸੁਣ ਗੱਲਾਂ ਆਕਾਸ਼ ਕੀ। ਸਾਹਿਬ ਕਹਿੰਦੇ ਕੀਟਾਂ ਆਈ ਰੀਸ। ਅਖਰੀ ਅਰਥ ਕਰਾਂਗੇ, ਅਸਮਾਨ ਵਿੱਚ ਉੱਡਣ ਵਾਲੇ ਪੰਛੀਆਂ ਨੂੰ ਵੇਖ ਕੇ ਸਮਝੋ ਧਰਤੀ ਤੇ ਰਿੰਗਣ ਵਾਲੇ ਕੀੜਿਆਂ ਦੇ ਮਨ ਵਿੱਚ ਵੀ ਚਾਉ ਪੈਦਾ ਹੋ ਗਿਆ। ਹੁਣ ਜਪਣ ਵਾਲੇ ਵੱਲ ਵੇਖ ਕੇ ਚਾਹ ਪੈਦਾ ਹੋਵੇ ਤੇ ਕੋਈ ਜਪਣ ਲੱਗ ਪਏ ਤੇ ਚੰਗੀ ਗੱਲ ਹੈ, ਇਹ ਤੇ ਰੀਸ ਚੰਗੀ ਹੈ, ਇਹ ਤੇ ਸਾਰਿਆਂ ਨੂੰ ਕਰਨੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਬਚਪਨ ਵਿੱਚ ਬੈਠੇ ਸਨ ਤੇ ਉਹਨਾਂ ਦੇ ਹੋਠ ਫਰਕਦੇ ਨੇ, ਜੇ ਉੱਠ ਕੇ ਤੁਰਦੇ ਨੇ ਫਿਰ ਹੋਠ ਫਰਕਦੇ ਨੇ, ਲੇਟ ਜਾਂਦੇ ਨੇ ਹੋਠ ਫਰਕਦੇ ਨੇ। ਮਾਂ ਨੇ ਵੇਖ ਲਿਆ ਤੇ ਮਾਂ ਦਾ ਹਿਰਦਾ ਚਿੰਤਤ ਹੋ ਗਿਆ, ਲੱਗਦਾ ਹੈ ਪੁੱਤਰ ਨੂੰ ਕੋਈ ਰੋਗ ਲੱਗ ਗਿਆ ਹੈ, ਲੱਗਦਾ ਹੈ ਮੇਰੇ ਬੱਚੇ ਨੂੰ ਕੋਈ ਰੋਗ ਲੱਗ ਗਿਆ ਹੈ। ਮੈਂ ਜਦੋਂ ਵੇਖਦੀ ਹਾਂ ਇਹਦੇ ਬੁੱਲ ਹਿੱਲਦੇ ਰਹਿੰਦੇ ਨੇ। ਮਾਂ ਨੇ ਵੈਦ ਬੁਲਾ ਲਿਆ, ਪਿਤਾ ਨੇ ਵੈਦ ਬੁਲਾ ਲਿਆ, ਗੱਲਬਾਤ ਕੀਤੀ ਦੋਨਾਂ ਨੇ, ਪਤੀ ਪਤਨੀ ਨੇ, ਵੀ ਪੁੱਤਰ ਨੂੰ ਲੱਗਦਾ ਕੋਈ ਰੋਗ ਲੱਗ ਗਿਆ, ਵੈਦ ਬੁਲਾਈਏ। ਵੈਦ ਬੁਲਾਇਆ, ਢੂੰਡਣ ਲੱਗਾ। ਹੁਣ ਨਾੜੀਆਂ ਫਰੋਲ ਕੇ ਰੋਗ ਥੋੜਾ ਹੀ ਲੱਭਣਾ ਸੀ, ਕਿਉਂਕਿ ਰੋਗ ਤੇ ਹੈ ਹੀ ਨਹੀਂ ਸੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਵੈਦ ਨੂੰ ਆਖਿਆ ਹੋਏ, ਵੈਦਾ ਤੂੰ ਜਿੱਥੋਂ ਰੋਗ ਲੱਭਦਾ ਹੈ ਨਾ, ਇਹਨਾਂ ਨਾੜੀਆਂ 'ਚੋਂ ਰੋਗ ਲੱਭਣ ਨਹੀਂ ਲੱਗਾ। ਮੇਰੇ ਅੰਦਰ ਸਰੀਰ ਵਿੱਚ ਕੋਈ ਰੋਗ ਨਹੀਂ, ਹਾਂ ਮੇਰੀ ਮਾਂ ਨੇ ਆਖਿਆ ਹੈ, ਮੇਰੇ ਬੁੱਲ ਹਿਲਦੇ ਨੇ ਤੇ ਮੈਂ ਤੇ ਅਰਦਾਸ ਕਰਦਾ ਰਹਿਣਾ ਹੈ ਕਿ ਵਾਹਿਗੁਰੂ ਐਸੀ ਕਿਰਪਾ ਕਰ, ਜਿਹੜਾ ਰੋਗ ਮੈਨੂੰ ਲੱਗਿਆ ਇਹ ਸਾਰੀ ਦੁਨੀਆ ਨੂੰ ਲਾ ਦੇ, ਇਹ ਸਾਰੀ ਦੁਨੀਆ ਨੂੰ ਲਾ ਦੇ। ਇਹ ਹੈ ਦੂਜਿਆਂ ਪ੍ਰਤੀ
ਚੰਗੀ ਭਾਵਨਾ ਦਾ ਹਿਰਦੇ ਵਿੱਚ ਜਨਮ। ਰਸਨਾ ਤੇ ਆ ਗਏ ਬੋਲ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਤੇ ਅਰਦਾਸ ਕਰਦਾ ਦਿਨ ਕੀ ਰਾਤ ਕੀ ਹਰ ਪਲ, ਵਾਹਿਗੁਰੂ ਇਹ ਰੋਗ ਸਾਰੀ ਦੁਨੀਆ ਨੂੰ ਲਾ ਦੇ, ਸਾਰੀ ਦੁਨੀਆ ਦੇ ਹੋਠ ਵਾਹਿਗੁਰੂ 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 ਕਹਿਣ ਵਿੱਚ ਹਿੱਲਣ ਲੱਗ ਪੈਣ। ਪਰ ਵਾਹਿਗੁਰੂ ਵਾਹਿਗੁਰੂ ਕਹਿਣ ਵਾਲਾ ਆਖੇ ਮੈਂ ਉੱਤਮਿਆ ਤੂੰ ਨੀਚ ਹੈ, ਤਾਂ ਉਹਨੇ ਵਾਹਿਗੁਰੂ ਆਖਿਆ ਹੀ ਨਹੀਂ। ਵਾਹਿਗੁਰੂ ਨਾਮ ਕਿਹਦਾ ਹੈ? ਅਸਚਰਜਤਾ ਦਾ। ਵਾਹਿਗੁਰੂ ਨਾਮ ਕਿਹਦਾ ਹੈ? ਬਿਸਮਤਾ ਦਾ। ਤੁਸੀਂ ਪੜ੍ਹਦੇ ਹੋ ਨਾ ਅੰਮ੍ਰਿਤ ਬਾਣੀ ਵਿੱਚੋਂ, ਉਦੋਂ ਤੇ ਬਿਸਮ ਹੋ ਜਾਂਦਾ ਹੈ ਬੰਦਾ, ਜ਼ੁਬਾਨ ਰੁਕ ਜਾਂਦੀ ਹੈ ਉਸ ਦਿਨ। ਉਦੋਂ ਜ਼ੁਬਾਨ ਨੇ ਗਿਣਨਾ ਤੇ ਬੜੀ ਦੂਰ ਦੀ ਗੱਲ ਹੈ ਵੀ ਉਹ ਗਿਣਤੀਆਂ ਕਰਕੇ ਆਖੇ ਮੈਂ ਪ੍ਰਮਾਤਮਾ ਤੱਕ ਪੁੱਜਾਂ। ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ, ਪਰ ਗੁਰੂ ਕੀ ਸੰਗਤ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ। ਜਬ ਗੁਰ ਬੋਲੇ, ਜਦੋਂ ਮੈਂ ਗੁਰੂ ਗੁਰੂ ਅਲਾਪਦਾ ਹਾਂ, ਵਾਹਿਗੁਰੂ ਵਾਹਿਗੁਰੂ ਕਹਿੰਦਾ ਹਾਂ, ਤਾਂ ਕੀ ਹੁੰਦਾ ਹੈ? ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਬਿਸਮ ਅਸਚਰਜ, ਹੈਰਾਨਗੀ। ਤੇ ਜਦੋਂ ਬੰਦਾ ਬਿਸਮ ਹੁੰਦਾ ਹੈ ਉਦੋਂ ਅਵਾਕ ਹੋ ਜਾਂਦਾ ਹੈ, ਜ਼ੁਬਾਨ ਦੇ ਬੋਲ ਨਹੀਂ ਰਹਿੰਦੇ। ਤੁਸੀਂ ਵੇਖੋ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਵੇਂਦਿਆਂ ਵੇਂਦਿਆਂ ਅਚਾਨਕ ਕੋਈ ਹਾਦਸਾ ਵਾਪਰੇ ਤੇ ਇੱਕਦਮ ਤੁਹਾਡਾ ਮੂੰਹ ਖੁੱਲੇ ਦਾ ਖੁੱਲਾ ਰਹਿ ਜਾਂਦਾ ਹੈ, ਨੇਤਰ ਟੱਡੇ ਰਹਿ ਜਾਂਦੇ ਨੇ, ਹੱਥ ਜਿੱਥੇ ਨੇ ਉੱਥੇ ਰੁਕ ਜਾਂਦੇ ਨੇ, ਸਰੀਰ ਅਹਿਲ ਹੋ ਜਾਂਦਾ ਹੈ। ਕਿਉਂ ਹੋ ਜਾਂਦਾ ਹੈ? ਕਿਉਂਕਿ ਇੱਕ ਛਿਨ ਲਈ ਅਸੀਂ ਬਿਸਮ ਹੋ ਗਏ। ਇਹ ਕੀ ਹੋ ਗਿਆ? ਜਦੋਂ ਰੱਬ ਦਾ ਪਿਆਰਾ ਪਰਮਾਤਮਾ ਦੀ ਤਾਰੀਫ ਕਰਦਾ ਹੈ, ਵਾਹਿਗੁਰੂ ਦੀ ਸਿਫਤ ਕਰਦਾ ਹੈ, ਉਹ ਸਿਫਤ ਕਰਦਿਆਂ ਬਿਸਮ ਹੋ ਜਾਂਦਾ ਹੈ, ਉਹ ਤੇ ਅਹਿਲ ਹੋ ਜਾਂਦਾ ਹੈ, ਉਹ ਤੇ ਸਥਿਰ ਹੋ ਜਾਂਦਾ ਹੈ। ਉਹਦੀ ਜ਼ੁਬਾਨ ਕਿਸੇ ਨੂੰ ਨੀਵਾਂ ਕਿਵੇਂ ਬੋਲ ਸਕਦੀ ਆ? ਉਹਦੀ ਜ਼ੁਬਾਨ ਤੋਂ ਅਹੰਕਾਰ ਦੇ ਸ਼ਬਦ ਕਿਵੇਂ ਆ ਸਕਦੇ ਨੇ? ਉਹ ਫਿਰ ਗਿਣਤੀਆਂ ਮਿਣਤੀਆਂ ਕਿਵੇਂ ਕਰ ਸਕਦਾ ਹੈ? ਉਹ ਰੀਸ ਤਾਂ ਅੰਦਰ ਪੈਦਾ ਹੋਈ, ਪਰ ਉਹਨਾਂ ਨੇ ਚਾਲ ਆਪਣੀ ਕੀੜਿਆਂ ਵਾਲੀ ਰੱਖੀ, ਪੰਛੀਆਂ ਵਾਲੀ ਉਡਾਰੀ ਨਹੀਂ ਲਾਈ। ਚਾਲ ਤਾਂ ਕੀੜਿਆਂ ਵਾਲੀ ਰੱਖੀ, ਉਹਨੂੰ ਨਹੀਂ ਬਦਲਿਆ। ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ। ਪੜੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਬਚਨ। ਘੋੜੜੇ ਚੜ੍ਹ ਕੇ ਕੁੰਦੇ ਪਕੜੈ, ਖੂੰਡੀ ਦਾ ਖਿਡਾਰੀ। ਕੀ ਸੀ? ਘੋੜੇ ਉੱਤੇ ਸਵਾਰ ਹੋ ਗਿਆ। ਕੌਣ ਸੀ ਉਹ? ਖਿੱਦੋ ਖੂੰਡੀ ਦੀ ਖੇਡ ਖੇਡਣ ਵਾਲਾ। ਸਵਾਰੀ ਕਰਨ ਲੱਗ ਪਿਆ ਘੋੜੇ ਦੀ। ਘੋੜੇ ਤੇ ਚੜ੍ਹ ਕੇ ਉਹਨੇ ਹੱਥ ਵਿੱਚ ਬੰਦੂਕ ਲੈ ਲਈ, ਕਹਿਣ ਲੱਗਾ ਮੈਂ ਨਿਸ਼ਾਨਚੀ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਓਏ ਭੋਲਿਆ, ਤੂੰ ਹੱਥ ਵਿੱਚ ਖੂੰਡੀ ਲੈ ਕੇ, ਲੀਰਾਂ ਲਪੇਟ ਕੇ, ਉੱਤੋਂ ਧਾਗੇ ਲਪੇਟ ਕੇ ਇੱਕ ਗੇਂਦ ਬਣਾ ਲਈ ਤੇ ਲੱਕੜ ਕੱਟ ਕੇ ਮੁੜੀ ਹੋਈ ਉਹਦੇ ਨਾਲ ਖੇਡਣ ਵਾਲਿਆ, ਤੂੰ ਹੱਥ ਵਿੱਚ ਬੰਦੂਕ ਲੈ ਕੇ ਘੋੜੇ ਤੇ ਸਵਾਰ ਹੋ ਕੇ ਕਹਿੰਦਾ ਨਿਸ਼ਾਨਚੀ ਬਣ ਗਿਆ। ਤੂੰ ਨਿਸ਼ਾਨਚੀ ਨਹੀਂ ਬਣਿਆ ਅਜੇ, ਰੀਸ ਤੇ ਕਰ ਰਿਹਾ। ਜਿਹੜੇ ਨਿਸ਼ਾਨਚੀ ਨੇ, ਜਿਹੜੇ ਘੋੜਿਆਂ ਤੇ ਸਵਾਰ ਹੋ ਕੇ ਨਿਸ਼ਾਨੇ ਫੁੰਡਦੇ ਨੇ, ਦੌੜਦਾ ਜਾਂਦਾ ਘੋੜਾ, ਰਸਤੇ ਵਿੱਚ ਜਿਹੜਾ ਨਿਸ਼ਾਨਾ ਸੀ, ਨਿਸ਼ਾਨਾ ਦੌੜਦੇ ਘੋੜੇ ਨਾਲ ਫੁੰਡ ਲਿਆ। ਰੀਸ ਉਹਨਾਂ ਦੀ। ਪਰ ਕਹਿੰਦੇ ਹੈ ਖਿੱਦੋ ਖੂੰਡੀ ਦੀ ਖੇਡ ਦਾ ਖਿਡਾਰੀ, ਪਰ ਹੱਥ ਵਿੱਚ ਬੰਦੂਕ ਲੈ ਕੇ ਸਵਾਰ ਹੋ ਗਿਆ ਘੋੜੇ ਤੇ। ਦੂਜੀ ਉਦਾਹਰਣ ਨਾਲ ਦਿੱਤੀ, ਹੰਸਾਂ ਸੇਤੀ ਚਿੱਤ ਉਲਾਸੈ, ਕੁੱਕੜ ਦੀ ਉਡਾਰੀ। ਹੰਸ ਉਡਾਰੀ ਲਾਉਂਦੇ ਨੇ, ਕੋਹਾਂ ਤੱਕ ਉੱਡਦੇ ਜਾਂਦੇ ਨੇ। ਕੁੱਕੜ ਵੀ ਉਡਾਰੀ ਲਾਉਂਦਾ ਹੈ, ਪਰ ਉਹਦੀ ਅੱਧੇ ਕਿੱਲੇ, ਇੱਕ ਕਿੱਲੇ ਦੀ ਉਡਾਰੀ ਆ। ਉਹਨੇ ਉਡਾਰੀ ਮਾਰ ਕੇ ਉਹਦੇ ਪੰਖ ਥੱਕ ਜਾਂਦੇ ਨੇ, ਜ਼ਮੀਨ ਤੇ ਡਿੱਗ ਪੈਂਦਾ। ਪਾਤਸ਼ਾਹ ਕਹਿੰਦੇ ਜਿਹੜੇ ਬੰਦੇ ਜਪਣ ਦਾ ਅਡੰਬਰ ਕਰਦੇ ਨੇ, ਉਹਨਾਂ ਦੇ ਹਾਲਾਤ ਇਦਾਂ ਦੇ ਨੇ ਮਾਨੋ ਖਿੱਦੋ ਖੂੰਡੀ ਦੀ ਖੇਡ ਖੇਡਣ ਵਾਲਾ ਆਖੇ ਮੈਂ ਨਿਸ਼ਾਨਚੀ ਹਾਂ, ਤੇ ਹੰਸਾਂ ਦੀ ਤਰ੍ਹਾਂ ਉਡਾਰੀ ਲਾਉਣ ਵਾਲਿਆਂ ਦੀ ਰੀਸ ਕਰ ਰਿਹਾ ਕੁੱਕੜ। ਹਜ਼ੂਰ ਕਹਿੰਦੇ ਉਹ ਸੱਜਣਾ, ਤੇਰਾ ਜਪਣਾ ਝੂਠਾ ਹੈ, ਉਸ ਕੁੱਕੜ ਦੀ ਉਡਾਰੀ ਵਰਗਾ ਹੈ। ਤੂੰ ਉਹ ਹੈ ਨਹੀਂ ਜੋ ਤੂੰ ਬਣ ਕੇ ਦਿਖਾਉਣਾ ਚਾਹੁੰਦਾ, ਜੋ ਬਣ ਕੇ ਸਾਬਤ ਕਰਨਾ ਚਾਹੁੰਦਾ। ਤੇਰੇ ਅੰਦਰ ਨਫ਼ਰਤ ਪੈਦਾ ਹੋ ਰਹੀ ਹੈ, ਤੇਰੇ ਅੰਦਰ ਗਿਲਾਨ ਪੈਦਾ ਹੋ ਰਹੀ ਹੈ, ਤੇਰੇ ਅੰਦਰ ਈਰਖਾਵਾਦ ਪੈਦਾ ਹੋ ਰਿਹਾ ਹੈ, ਤੇਰੇ ਅੰਦਰ ਉੱਚ ਨੀਚ ਦਾ ਭਾਵ ਪੈਦਾ ਹੋ ਰਿਹਾ ਹੈ। ਇਹਦਾ ਮਤਲਬ ਤੂੰ ਰੀਸ ਤੇ ਜਪਣ ਵਾਲਿਆਂ ਦੀ ਕਰਦਾ, ਪਰ ਅਸਲ ਅੰਦਰ ਤੇਰੇ ਅੰਦਰ ਜਪਣ ਦੀ ਜੁਗਤ ਪੈਦਾ ਹੀ ਨਹੀਂ ਹੋਈ। ਕਿਉਂਕਿ ਜਪਣ ਦੇ ਨਾਲ ਤਾਂ ਤੇਰੇ ਹਿਰਦੇ ਨੇ ਦੂਜਿਆਂ ਪ੍ਰਤੀ ਅਦਬ, ਆਦਰ, ਸਤਕਾਰ, ਸਨੇਹ,
ਆਪਸੀ ਮਿਲਾਪ ਪੈਦਾ ਕਰਨਾ ਸੀ, ਇਹ ਵਿਥ ਪੈਦਾ ਨਹੀਂ ਸੀ ਕਰਨੀ। ਉਹ ਜਪਣ ਵਾਲੇ ਅੰਦਰ ਵਿਥ ਪੈਦਾ ਹੋ ਜਾਏ, ਉਹਦਾ ਜਪਣਾ ਵਿਅਰਥ ਹੋ ਗਿਆ, ਉਹਦਾ ਜਪਣਾ ਕੰਮ ਦਾ ਨਹੀਂ। ਉਹ ਜਪ ਤੇ ਰਿਹਾ ਪਰ ਜਪਣਾ ਅਕਾਰਥ ਹੋ ਗਿਆ। ਹਜ਼ੂਰ ਕਹਿੰਦੇ ਮੰਤਰੀ ਹੋਏ ਅਠੂਆਂ, ਠੂਆਂ ਬਿਛੂ ਅਸੀਂ ਸਾਰੇ ਜਾਣਦੇ, ਬੜਾ ਜ਼ਹਿਰੀਲਾ, ਡੰਗ ਮਾਰਦਾ ਹੈ ਤੇ ਬੰਦੇ ਦਾ ਸਾਰਾ ਸਰੀਰ ਤਪਣ ਲੱਗ ਜਾਂਦਾ, ਦਰਦ ਨਾਲ ਤੜਫਦਾ। ਜ਼ਹਿਰ ਤਾਂ ਉਹਦੇ 'ਚ ਬਹੁਤ ਹੈ ਪਰ ਬੰਦਾ ਉਹਦੇ ਨਾਲ ਮਰਦਾ ਨਹੀਂ। ਬਿੱਛੂ ਦਾ ਜ਼ਹਿਰ ਬਹੁਤ ਹੈ, ਉਹਦੇ ਨਾਲ ਤੜਫਦਾ ਹੈ, ਦਰਦ ਹੁੰਦਾ ਹੈ ਪਰ ਮੌਤ ਨਹੀਂ ਹੁੰਦੀ। ਪਰ ਜੇ ਕਾਲਾ ਨਾਗ ਸੱਪ ਡਸ ਜਾਏ ਤੇ ਉਹਦੇ ਜ਼ਹਿਰ ਨਾਲ ਮੌਤ ਹੋ ਜਾਂਦੀ ਹੈ। ਪਾਤਸ਼ਾਹ ਕਹਿੰਦੇ ਕਿਸੇ ਬੰਦੇ ਨੇ ਠੂਆਂ ਦਾ ਮੰਤਰ ਸਿੱਖ ਲਿਆ, ਹੁਣ ਠੂਏ ਨੂੰ ਪਕੜਦਾ ਹੈ, ਉਹਦੇ ਜ਼ਹਿਰ ਦਾ ਉਹਦੇ ਤੇ ਅਸਰ ਨਹੀਂ ਹੁੰਦਾ। ਜਾਂ ਉਹ ਠੂਆਂ ਦਾ ਮਾਂਦਰੀ ਬਣ ਗਿਆ, ਕਿਸੇ ਨੂੰ ਠੂਆਂ ਲੜ ਗਿਆ, ਉਹਨੇ 4 ਫੂਕਾਂ ਮਾਰੀਆਂ, ਉਹਦਾ ਮੰਤਰ ਉਹਦੀ ਜ਼ਹਿਰ ਉਤਾਰ ਦਿੱਤਾ। ਪਰ ਪਾਤਸ਼ਾਹ ਕਹਿੰਦੇ ਮੰਤਰ ਸਿੱਖਿਆ ਠੂਆਂ ਦਾ, ਭੁਲੇਖਾ ਪੈ ਗਿਆ ਕਿ ਮੈਂ ਬਹੁਤ ਵੱਡਾ ਹੋ ਗਿਆ। ਕਦੇ ਕਦੇ ਜਪਣ ਵਾਲੇ ਨੂੰ ਵੀ ਇਹ ਭੁਲੇਖਾ ਪੈਦਾ ਹੋ ਜਾਂਦਾ, ਮੈਂ ਬਹੁਤ ਮਹਾਨ ਹੋ ਗਿਆ। ਬਸ ਇਹ ਭੁਲੇਖਾ ਹੀ ਤੋੜਨਾ ਹੈ, ਇਸ ਭਰਮ ਨੂੰ ਆਪਣੇ ਚਿੱਤ ਵਿੱਚੋਂ ਤੋੜ ਸੁੱਟਣਾ। ਸਾਹਿਬ ਕਹਿੰਦੇ ਮੰਤਰੀ ਹੋਏ ਅਠੂਆਂ, ਨਾਗੀ ਲੱਗੇ ਜਾਏ। ਕਾਲਾ ਫਨੀਅਰ ਨਾਗ ਇੰਜ ਫਨ ਫਲਾ ਕੇ ਬੈਠਾ ਸੀ, ਉਹਨੇ ਜਾ ਕੇ ਹੱਥ ਪਾ ਲਿਆ ਕਾਲੇ ਨਾਗ ਨੂੰ, ਜਿਵੇਂ ਠੂਆਂ ਪਕੜਦਾ ਹੋਵੇ। ਪਰ ਸਲੂਕ ਉਹਦੇ ਨਾਲ ਕੀ ਹੋਇਆ? ਪਾਤਸ਼ਾਹ ਕਹਿੰਦੇ ਆਪਣ ਹੱਥੀਂ ਆਪਣੇ ਦੇ ਕੂਚਾ ਆਪੇ ਲਾਏ। ਇੰਜ ਸਮਝੋ ਕੋਈ ਅੱਗ ਦਾ ਕੂਚਾ ਲੈ ਕੇ ਆਪਣੇ ਹੱਥੀਂ ਆਪਣੇ ਜਿਸਮ ਨੂੰ ਲਾ ਲਵੇ, ਇਸ ਤਰ੍ਹਾਂ ਦਾ ਕਰਮ ਕੀਤਾ ਬੰਦੇ ਨੇ। ਮੰਤਰੀ ਤੇ ਠੂਆਂ ਦਾ, ਮਾਂਦਰੀ ਤੇ ਠੂਆਂ ਦਾ, ਪਰ ਪਕੜਦਾ ਫਿਰਦਾ ਹੈ ਨਾਗ। ਸਾਹਿਬ ਕਹਿੰਦੇ ਰੀਸਾਂ ਕਰੇ ਤੇ ਨਾੜੀਆਂ ਜੋ ਸੇਵੈ ਦਰ ਖੜੀਆਂ। ਜਿਹੜੀਆਂ ਆਪਾ ਭਾਵ ਗਵਾ ਕੇ ਅਤੀ ਨਿਮਰਤਾ ਨਾਲ ਪ੍ਰਮਾਤਮਾ ਦਾ ਚਿੰਤਨ ਕਰਦੀਆਂ ਨੇ, ਉਹਨਾਂ ਦੀ ਰੀਸ ਕਰਨ ਵਾਲੇ ਅਸਲ ਵਿੱਚ ਇਸ ਧਰਤੀ ਤੇ ਖੁਆਰ ਹੁੰਦੇ ਨੇ। ਉਹਨਾਂ ਨੂੰ ਨਿਰੰਕਾਰ ਦੇ ਘਰ ਦਾ ਰਸਤਾ ਨਹੀਂ ਲੱਭਦਾ। ਰੀਸਾਂ ਕਰੇ ਤਿਨਾੜੀਆਂ ਜੋ ਸੇਵੈ ਦਰ ਖੜੀਆਂ, ਨਾਲ ਖਸਮੈ ਰਤੀਆਂ ਮਾਣੈ ਸੁਖ ਰਲੀਆਂ। ਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰੀਸ ਕਰਨ ਲੱਗ ਪੈਂਦੇ ਨੇ ਲੋਕ। ਕੋਈ ਕਲਗੀ ਲਾ ਕੇ ਬਹਿ ਜਾਂਦਾ, ਕੋਈ ਕਲਗੀ ਧਰ ਵਰਗਾ ਚੋਲਾ ਪਾ ਲੈਂਦਾ ਹੈ। ਬਈ ਉਹਦੇ ਨਾਲ ਦੱਸੋ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਬਣ ਜਾਏਗਾ? ਗੁਰੂ ਗੋਬਿੰਦ ਸਿੰਘ ਸਾਹਿਬ ਕਿਸੇ ਸਰੀਰ ਦੇ ਲਿਬਾਸ ਦਾ ਨਾਮ ਨਹੀਂ ਹੈ। ਸਾਡਾ ਭੁਲੇਖਾ ਨਾ ਰਵੇ ਕਿਤੇ। ਲਿਬਾਸ ਤੇ ਕੋਈ ਵੀ ਪਹਿਨ ਸਕਦਾ, ਪਹਿਨ ਲੈ ਪਖੰਡੀ, ਪਹਿਨ ਲੈ ਭੇਖੀ, ਲਾ ਲੈ ਕਲਗੀ ਆਪਣੇ ਸੀਸ ਉੱਤੇ, ਦਸਤਾਰ ਤੇ ਸਜਾ ਲੈ ਕਲਗੀ, ਕੀ ਹੋ ਜਾਏਗਾ? ਕਲਗੀ ਲਾਉਣ ਨਾਲ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਹੋ ਜਾਂਦਾ? ਨਹੀਂ। ਉਹ ਮੇਰੇ ਕਲਗੀ ਧਰ ਪਾਤਸ਼ਾਹ ਵਰਗਾ ਜੀਵਨ ਬਣਾ। ਜਦੋਂ ਤੱਕ ਤੇਰਾ ਜੀਵਨ ਕਲਗੀ ਧਰ ਜੀ ਵਰਗਾ ਨਹੀਂ, ਉਹ ਤੇਰੇ ਤਨ ਉੱਤੇ ਪਹਿਨਿਆ ਲਿਬਾਸ ਵੀ ਉਹ ਸੱਜਣਾ ਤੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮੁਰਾਤਬਾ ਨਹੀਂ ਦਿਲਾ ਸਕਦਾ, ਭਾਵੇਂ ਤੂੰ ਅੰਮ੍ਰਿਤ ਉਹਨਾਂ ਵਾਂਗੂ ਹੀ ਤਿਆਰ ਕਰਨ ਦਾ ਅਡੰਬਰ ਰਚ ਲਵੇਂ। ਆਪ ਜੀ ਦੀਆਂ ਨਜ਼ਰਾਂ ਦੇ ਸਾਹਮਣੇ ਰਿਹਾ ਸਭ ਕੁਝ। ਸੀਸ ਉੱਤੇ ਕਲਗੀ ਲਾ ਰਿਹਾ, ਲਿਬਾਸ ਕਲਗੀ ਧਰ ਵਰਗਾ ਹੋ ਜਾਏ, ਬਾਟਾ ਵੀ ਕਲਗੀ ਧਰ ਦੀ ਤਰ੍ਹਾਂ ਰੱਖ ਲੈ, ਖੰਡਾ ਵੀ ਵਿੱਚ ਉਦਾਂ ਹੀ ਰੱਖ ਲਿਆ ਜਾਏ, ਕੁਝ ਬੋਲ ਵੀ ਬੈਠ ਕੇ ਕੋਲ ਬਾਣੀ ਦੇ ਪੜ੍ਹ ਲੈ ਜਾਣ, ਕੀ ਗੁਰੂ ਗੋਬਿੰਦ ਸਿੰਘ ਸਾਹਿਬ ਹੋ ਜਾਏਗਾ? ਗਿਆਨੀ ਮਾਨ ਸਿੰਘ ਝੌਰ ਨੂੰ ਮੈਂ ਸੁਣਿਆ, ਉਹਨਾਂ ਨੇ ਇੱਕ ਬੜੀ ਪਿਆਰੀ ਗੱਲ ਕਹੀ। ਉਹ ਕਹਿੰਦੇ ਕਈ ਮਾਤਾਵਾਂ ਨੂੰ ਭੁਲੇਖਾ ਪੈ ਜਾਂਦਾ, ਜਦੋਂ ਕਿਸੇ ਸਾਧੂ ਸੰਤ ਮਹਾਤਮਾ ਕੋਲ ਜਾਂਦੀਆਂ ਨੇ ਨਾ, ਤੇ ਕਦੇ ਕਦੇ ਉਹਨਾਂ ਦੀ ਜ਼ੁਬਾਨ ਕਹਿ ਦਿੰਦੀ ਹੈ, ਨਹੀਂ ਭੈਣੇ ਇਹ ਤੇ ਨਿਰਾ ਗੁਰੂ ਨਾਨਕ ਹੈ। ਗਿਆਨੀ ਮਾਨ ਸਿੰਘ ਝੌਰ ਕਹਿੰਦੇ ਜ਼ੁਬਾਨ ਸੜ ਕਿਉਂ ਨਹੀਂ ਗਈ? ਇੱਕ ਗੰਦਗੀ ਦੇ ਬੋਰੇ ਨੂੰ ਤੁਸੀਂ ਗੁਰੂ ਨਾਨਕ ਸਾਹਿਬ ਦੇ ਨਾਲ ਤੁਲਨਾ ਦੇ ਰਹੇ ਹੋ, ਇੱਕ ਗੰਦਗੀ ਦੇ ਮਿੱਟੀ ਦੇ ਢੇਰ ਨੂੰ। ਇਹ ਭੁਲੇਖਾ ਨਾ ਕਿਤੇ ਸਿੱਖ ਨੇ ਖਾ ਲੈਣਾ, ਕਿਉਂਕਿ ਇਹ ਤੇ ਰੀਸਾਂ ਕਰ ਰਹੇ ਨੇ। ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਹੋਏ ਨਾ, ਕੀੜਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਬਣਨ ਦਾ ਚਾਉ ਪੈਦਾ ਹੋ ਗਿਆ।
ਇਹਨਾਂ ਨੂੰ ਗੁਰੂ ਨਾਨਕ ਸਾਹਿਬ ਦਾ ਮੁਕਾਬਲਾ ਕਰਨ ਦਾ ਚਾਉ ਪੈਦਾ ਹੋ ਗਿਆ, ਪਰ ਗੁਰੂ ਨਾਨਕ ਸਾਹਿਬ ਵਰਗਾ ਤਿਆਗ ਕਿੱਥੋਂ ਲਿਆਉਣਗੇ? ਗੁਰੂ ਗੋਬਿੰਦ ਸਿੰਘ ਸਾਹਿਬ ਵਰਗੀ ਕੁਰਬਾਨੀ ਕਿੱਥੋਂ ਲਿਆਉਣਗੇ? ਉਹ ਇਹਨਾਂ ਦੀ ਤੇ ਉਂਗਲ ਉੱਤੇ ਚੀਰ ਆ ਜਾਏ ਤੇ 15 ਡਾਕਟਰ ਦੁਆਲੇ ਦੁਆਲੇ ਇਕੱਠੇ ਹੋ ਜਾਂਦੇ ਨੇ। ਉਹ ਮੇਰੇ ਕਲਗੀਧਰ ਪਾਤਸ਼ਾਹ ਦੇ ਤਾਂ ਜਿਗਰ ਦੇ ਟੁਕੜੇ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਕੁਰਬਾਨ ਹੁੰਦੇ ਆ, ਪਰ ਗੁਰੂ ਕੀ ਸੰਗਤ ਕਲਗੀਧਰ ਪਾਤਸ਼ਾਹ ਜੈਕਾਰੇ ਲਾ ਰਹੇ ਆ, ਜੈਕਾਰੇ ਲਾ ਰਹੇ ਆ। ਸੁਣ ਗੱਲਾਂ ਆ ਆਕਾਸ਼ ਕੀ। ਗੁਰੂਆਂ ਦਾ ਮੁਕਾਬਲਾ ਕੌਣ ਕਰ ਸਕਦਾ? ਆ ਬੈਠਾ ਸੀ ਪ੍ਰਿਥੀ ਚੰਦ ਵੀ ਬਣ ਕੇ 4 ਕੁ ਦਿਨ ਹੇਰੀ ਪਿੰਡ ਦੇ ਵਿੱਚ, ਉਹਨੇ ਹਰਮੰਦਰ ਬਣਾ ਲਿਆ, ਉਹਨੇ ਸਰੋਵਰ ਵੀ ਰਚ ਲਿਆ। ਹੁਣ ਹਰਮੰਦਰ ਬਣਾਉਣ ਨਾਲ, ਸਰੋਵਰ ਰਚਣ ਨਾਲ, ਆਸਣ ਸਿੰਘਾਸਣ ਲਾ ਕੇ ਉੱਤੇ ਲਿਬਾਸ ਪਾ ਕੇ ਉੱਪਰ ਬਹਿ ਜਾਣ ਨਾਲ ਕੋਈ ਗੁਰੂ ਅਰਜਨ ਸਾਹਿਬ ਨਹੀਂ ਬਣਦਾ। ਗੁਰੂ ਅਰਜਨ ਸਾਹਿਬ ਤਾਂ ਹੁਕਮ ਦੀ ਪਾਲਣਾ ਕਰਕੇ ਬਣਦਾ ਹੈ, ਐਵੇਂ ਨਹੀਂ ਬਣਦਾ। ਗੁਰੂ ਰਾਮਦਾਸ ਪਾਤਸ਼ਾਹ ਦੀ ਕਸੌਟੀ ਤੇ ਪੂਰੇ ਉਤਰ ਕੇ ਕੋਈ ਗੁਰੂ ਅਰਜਨ ਸਾਹਿਬ ਬਣਦਾ ਹੈ, ਐਵੇਂ ਨਹੀਂ ਬਣਦਾ। ਉਹ ਇਹਨਾਂ ਕੀੜਿਆਂ ਨੂੰ ਰੀਸ ਤੇ ਆਈ, ਉਡਾਰੀਆਂ ਲਾਈਏ ਅਸਮਾਨ ਦੀਆਂ, ਪਰ ਅੰਦਰ ਦੀ ਸੁਰਤ ਤਾਂ ਮਾਇਆ ਦੀ ਦਲਦਲ ਵਿੱਚ ਟਿਕੀ ਹੋਈ ਸੀ। ਲਾਇਆ ਸਿੰਘਾਸਣ, ਬੈਠਾ ਚੌਂਕੜਾ ਲਾ ਕੇ, 4 ਝੋਲੀ ਚੁੱਕ ਵੀ ਕੋਲ ਬਿਠਾ ਲਏ ਆ, ਉਹਨਾਂ ਮੱਥਾ ਵੀ ਟੇਕਿਆ, ਪਰ ਥੋੜੇ ਦਿਨਾਂ ਬਾਅਦ ਆਸਣ ਛੱਡ ਕੇ ਉੱਠ ਗਿਆ, ਕਿਉਂਕਿ ਜਿਹੜੇ ਗੁਰੂ ਦੇ ਚਰਨਾਂ ਦੇ ਸਿੱਖ ਭੌਰੇ ਬਣ ਗਏ, ਉਹਨਾਂ ਸਿੱਖਾਂ ਦਾ ਮਨ ਡੋਲ ਨਾ ਸਕਿਆ, ਕਿਉਂਕਿ ਉਹਨਾਂ ਨੇ ਆਪਣੇ ਚਿੱਤ ਨੂੰ ਗੁਰਬਾਣੀ ਨਾਲ ਜੋੜਿਆ ਸੀ। ਜਿਵੇਂ ਜਿਵੇਂ ਸਾਧ ਸੰਗਤ ਤੁਸੀਂ ਗੁਰਬਾਣੀ ਨਾਲ ਚਿੱਤ ਜੋੜੀ ਬੈਠੇ ਹੋ ਨਾ, ਜਿਨ੍ਹਾਂ ਦਾ ਚਿੱਤ ਗੁਰਬਾਣੀ ਗੁਰੂ ਦੀ ਬਾਣੀ ਨਾਲ ਜੁੜ ਗਿਆ, ਉਹ ਫਿਰ ਦਰ ਦਰ ਠੋਕਰਾਂ ਨਹੀਂ ਖਾਏਗਾ, ਉਹ ਭਟਕੇਗਾ ਨਹੀਂ। ਮੈਂ ਤੇ ਬੇਨਤੀ ਕਰਦਾ ਹੁੰਨਾ, ਜਦੋਂ ਗੁਰੂ ਕੋਲ ਚੱਲ ਕੇ ਆਓ, ਉਹ ਆਪਣੇ ਬੱਚਿਆਂ ਨਾਲ ਤੁਸੀਂ ਵਾਅਦਾ ਕਰਦੇ ਹੋ, ਬੱਚਿਓ ਜੇ ਤੁਸੀਂ ਚੰਗੇ ਨੰਬਰ ਲੈ ਕੇ ਪਾਸ ਹੋਏ ਤੇ ਇਸ ਵਾਰ ਤੁਹਾਨੂੰ ਮੈਂ ਫਲਾਂ ਚੀਜ਼ ਲੈ ਕੇ ਦਿਆਂਗਾ। ਕਰਦੇ ਆ ਨਾ ਵਾਅਦਾ। ਬੱਚਿਆਂ ਨੂੰ ਕਹਿੰਦੇ ਹੋ, ਬੇਟਾ ਜੇ ਇਸ ਵਾਰ ਤੂੰ ਡਿਗਰੀ ਹਾਸਿਲ ਕਰ ਲਈ, ਤੂੰ ਇਸ ਵਾਰ ਡਾਕਟਰੀ ਵਿੱਚ ਸਫਲ ਹੋ ਗਿਆ, ਤੇ ਤੇਰੇ ਹੱਥ ਵਿੱਚ ਡਾਕਟਰੀ ਦੀ ਡਿਗਰੀ ਆ ਗਈ, ਤੇ ਮੇਰੇ ਬੱਚਿਆ ਤੈਨੂੰ ਕਾਰ ਲੈ ਦੇਣੀ ਹੈ ਮੈਂ। ਕਹਿੰਦੇ ਹੋ ਨਾ, ਬੱਚਿਆਂ ਨਾਲ ਅਸੀਂ ਵਾਅਦੇ ਕਰਦੇ ਹਾਂ। ਕਦੇ ਕਦੇ ਗੁਰੂ ਦਰ ਤੇ ਆ ਕੇ ਗੁਰੂ ਨਾਲ ਵੀ ਵਾਅਦਾ ਕਰ ਲਿਆ ਕਰੋ, ਸੱਚੇ ਪਾਤਸ਼ਾਹ ਜੇ ਇਸ ਵਾਰ ਤੁਸਾਂ ਨੇ ਮੇਰਾ ਆਹ ਕਾਰਜ ਰਾਸ ਕੀਤਾ ਨਾ, ਤੇ ਮੈਂ ਵੀ ਐ ਔਗਣ ਛੱਡ ਦੇਣਾ, ਨਾਲ ਹੀ ਝੂਠ ਬੋਲਣ ਵਾਲਾ। ਨਹੀਂ ਕਰਦੇ ਅਸੀਂ ਵਾਅਦਾ, ਗੁਰੂ ਤੇ ਆਪਣਾ ਵਾਅਦਾ ਪੂਰਾ ਕਰੀ ਜਾਂਦਾ। ਅਸੀਂ ਜੋ ਮੰਗਦੇ ਹਾਂ ਸਤਿਗੁਰੂ ਝੋਲੀ 'ਚ ਪਾਈ ਜਾਂਦੇ ਨੇ, ਪਰ ਸਾਡਾ ਵਾਅਦਾ ਕਿੱਧਰ ਗਿਆ? ਅਸੀਂ ਕਿਉਂ ਮੁੱਕਰ ਗਏ? ਅਸੀਂ ਕਿਉਂ ਵਿਛੜ ਗਏ? ਕਦੇ ਗੁਰੂ ਕੋਲ ਆ ਕੇ ਜ਼ਰੂਰ ਆਖਿਆ ਕਰੀਏ, ਮੇਰੇ ਸਾਹਿਬ ਤੁਸਾਂ ਨੇ ਸਾਡੀਆਂ ਅਣਗਿਣਤ ਤਮੰਨਾਵਾਂ ਪੂਰੀਆਂ ਕੀਤੀਆਂ। ਕਦੇ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਪੁੱਛਿਆ ਕਰ, ਹੇ ਪਿਤਾ ਗੁਰੂ ਗ੍ਰੰਥ ਸਾਹਿਬ ਜੀ, ਤੁਸਾਂ ਨੇ ਸਾਡੀਆਂ ਖਵਾਇਸ਼ਾਂ ਅਨੇਕ ਪੂਰੀਆਂ ਕੀਤੀਆਂ, ਪਰ ਅਸਾਂ ਨੇ ਇੱਕ ਵੀ ਵਾਅਦਾ ਨਾ ਨਿਭਾਇਆ। ਸਾਡੇ ਤੇ ਕਰ ਦਿਓ ਕਿਰਪਾ, ਅਸੀਂ ਤੁਹਾਡੇ ਚਰਨਾਂ ਵਿੱਚ ਆਈਏ, ਕਦੇ ਸਾਡੇ ਵੀ ਜ਼ੁਬਾਨ ਤੋਂ ਕੀਤੇ ਵਾਅਦੇ ਤੁਹਾਡੇ ਨਾਲ ਨਿਭ ਜਾਣ। ਕਿਤੇ ਅਸੀਂ ਭੇਖੀ ਬਣ ਕੇ ਹੀ ਨਾ ਰਹਿ ਜਾਈਏ, ਕਿਤੇ ਅਡੰਬਰ ਹੀ ਨਾ ਰਹਿ ਜਾਏ ਸਾਡੇ ਕੋਲ, ਕਿਤੇ ਭਰਮ ਹੀ ਨਾ ਬਣਿਆ ਰਹਿ ਜਾਏ। ਆ ਚੌਂਤੇ ਕਾਲਜ ਵਿੱਚ ਕੋਰਸ ਕਰਦਾ ਸੀ ਮੈਂ ਜਦੋਂ, ਤੇ ਚੌਂਤੇ ਦੇ ਲਾਗੋਂ ਹੀ ਭੈਣੀ ਪਿੰਡ ਪੈਂਦਾ, ਉੱਥੋਂ ਦਾ ਇੱਕ ਸਾਧੂ, ਸਰੀਰ ਉਹਦਾ ਬਿਲਕੁਲ ਕਮਜ਼ੋਰ ਔਰ ਆਪਣੇ ਆਪ ਪੈਰਾਂ 'ਤੇ ਨਹੀਂ ਸੀ ਉਹ ਚੱਲ ਸਕਦਾ। ਤੁਹਾਨੂੰ ਯਾਦ ਹੋਵੇਗਾ, ਇਹ ਕਰੀਬ 96 ਦੀ ਗੱਲ ਹੈ, ਕਰੀਬ 1996 ਦੀ। ਉਹਨੂੰ ਪਾਲਕੀ ਵਿੱਚ ਬਿਠਾ ਕੇ ਇਹਨਾਂ ਦੇ ਚੌਂਤੇ ਕਾਲਜ ਦੇ ਲਾਗੋਂ ਦੀ ਲੰਘੇ, ਤੇ ਨਾਲ ਉਹਨਾਂ ਦੇ 100-150 ਬੰਦਾ ਸੀ ਕਰੀਬ, ਜਿਹੜੀ ਉਹਨਾਂ ਦੀ ਸੰਗਤ ਅਖਵਾਉਂਦੀ ਸੀ। ਉਹਦੇ ਸਿਰ ਤੇ ਕਲਗੀ ਲਾਈ ਉਹਨਾਂ ਨੇ, ਉਹਨੂੰ ਬਾਣਾ ਪਵਾਇਆ, ਕਲਗੀ ਲਾਈ, ਤੇ ਉਹਨੂੰ ਪਾਲਕੀ 'ਚ ਬਿਠਾਇਆ ਸੀ। ਉੱਠ ਕੇ ਨਹੀਂ ਸੀ ਉਹ ਤੁਰ ਸਕਦਾ, ਐਡਾ ਕਮਜ਼ੋਰ ਸਰੀਰ ਸੀ ਉਹਦਾ, ਰੋਗੀ ਜਿਹਾ, ਬਿਰਧ ਜਿਹਾ। ਤੇ ਆਪ ਜੀ ਨੂੰ ਯਾਦ ਹੋਵੇਗਾ 96 ਵਿੱਚ ਚਲਦਿਆਂ ਚਲਦਿਆਂ ਆਨੰਦਪੁਰ ਸਾਹਿਬ ਪਹੁੰਚ ਗਏ ਸੀ ਉਹ। ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਪੁੱਜੇ, ਹੁਣ ਰਸਤੇ 'ਚ ਲੋਕਾਂ ਨੂੰ ਕੀ ਪਤਾ, ਲੋਕ ਸੋਚਦੇ ਸੀ ਕੋਈ ਨਗਰ ਕੀਰਤਨ ਜਾ ਰਿਹਾ ਜਾਂ ਕੋਈ ਕੌਣ ਜਾ ਰਿਹਾ, ਪਤਾ ਨਹੀਂ, ਬਹੁਤਾ ਧਿਆਨ ਨਾ ਦਿੱਤਾ ਲੋਕਾਂ ਨੇ। ਪਰ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਪੁੱਜੇ ਤੇ ਪਹਿਰੇਦਾਰ ਸੁਚੇਤ ਖਲੋਤੇ ਸਨ, ਉਹਨਾਂ ਵੇਖਿਆ ਵੀ ਇਹ ਕੀ ਹੈ।
ਉਹਨਾਂ ਨੇ ਆਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਗਟ ਹੋ ਗਿਆ, ਤਖਤ ਤੇ ਬਹਿਣ ਆਏ ਹੈ। ਆਪ ਜੀ ਨੂੰ ਯਾਦ ਹੋਵੇਗਾ ਅਖਬਾਰਾਂ ਵਿੱਚ ਵੀ ਖਬਰਾਂ ਲੱਗੀਆਂ ਸਨ ਔਰ ਅਸੀਂ ਤੇ ਅੱਖੀਂ ਵੇਖਿਆ ਇਹ ਸੀਨ। ਉਹ ਲਾਗੋਂ ਲੰਘ ਕੇ ਗਏ ਪਰ ਸਾਨੂੰ ਇਹ ਪਤਾ ਨਹੀਂ ਸੀ ਵੀ ਇਹ ਕੀ ਆ। ਅਸੀਂ ਤਾਂ ਆਖਿਆ ਪਤਾ ਨਹੀਂ ਕੋਈ ਇਹਨਾਂ ਦੀ ਸੰਤ ਮਾਤ ਦੀ ਕੋਈ ਖੇਡ ਹੋਣੀ ਹੈ ਤੇ ਕੋਈ ਸੰਤਾਂ ਦਾ ਆਪਣਾ ਹੀ ਖੇਡ ਕੋਈ ਚਲਾਇਆ ਡੰਬਰ ਹੋਣਾ ਹੈ, ਉਹ ਚਲਾ ਰਹੇ ਹੋਣਗੇ, ਚਲਾਈ ਜਾਣ, ਸਾਨੂੰ ਕੀ ਹੈ, ਕੋਈ ਗੱਲ ਨਹੀਂ। ਉਹ ਲੰਘ ਗਏ ਲਾਗੋਂ। ਉਸ ਤਰ੍ਹਾਂ ਉੱਥੇ 100-150 ਸਿੰਘ ਸੀ, ਰੋਕ ਸਕਦੇ ਸੀ ਉਹਨਾਂ ਨੂੰ, ਕੋਈ ਵੱਡੀ ਗੱਲ ਨਹੀਂ ਸੀ। ਪਰ ਇਹ ਖਬਰ ਹੀ ਨਹੀਂ ਪਤਾ ਲੱਗੀ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਬਣ ਕੇ ਜਾ ਰਿਹਾ। ਇਹ ਤਾਂ ਅਗਲੇ ਦਿਨ ਜਦੋਂ ਅਖਬਾਰ ਵਿੱਚ ਖਬਰ ਆਈ ਉਦੋਂ ਪਤਾ ਲੱਗਿਆ ਕਿ ਅਕਾਲ ਤਖਤ ਸਾਹਿਬ ਦੇ ਸਿੰਘਾਸਣ ਤੇ ਬਹਿਣ ਦਾ ਪ੍ਰਯਾਸ ਸੀ ਔਰ ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਗਟ ਹੋ ਗਏ ਹੈ, ਹੁਣ ਆਨੰਦਪੁਰ ਸਾਹਿਬ ਦੇ ਸਿੰਘਾਸਣ ਤੇ ਬਹਿਣਗੇ। ਉਹ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਇਹਨਾਂ ਕੀੜਿਆਂ ਨੂੰ ਰੀਸਾਂ ਆਈਆਂ ਨੇ। ਇਹ ਧਰਤੀ ਤੇ ਰਿੰਗਣ ਵਾਲੇ, ਇਹ ਪਖੰਡੀ, ਇਹ ਭੇਖੀ, ਉਹ ਜਿਨ੍ਹਾਂ ਦੇ ਅੰਦਰ ਬਾਣੀ ਦੀ ਇੱਕ ਚਿਣਕ ਨਹੀਂ, ਇੱਕ ਕਿਣਕਾ ਨਹੀਂ, ਉਹ ਜਿਹਦੇ ਅੰਦਰ ਇੱਕ ਕਿਣਕਾ ਹੋਵੇ ਉਹ ਤੇ ਕਦੇ ਗੁਰੂ ਦੀ ਬਰਾਬਰੀ ਨਹੀਂ ਕਰੇਗਾ, ਵਿੱਚ ਸਮਾਏਗਾ। ਉਹ ਬਰਾਬਰੀ ਨਹੀਂ ਕਰੇਗਾ, ਉਹ ਤੇ ਅੰਦਰ ਸਮਾਏਗਾ, ਗੁਰਬਾਣੀ ਦੇ ਲੀਨ ਹੋਏਗਾ ਗੁਰਬਾਣੀ 'ਚ। ਹਜ਼ੂਰ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਅਗਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਹਨ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਜੇ ਉਸ ਦੀ ਬਖਸ਼ਿਸ਼ ਹੋ ਜਾਏ ਜਪਣ ਵਾਲੇ ਤੇ ਤਾਂ ਬਖਸ਼ਿਸ਼ ਨਾਲ ਮਿਲਦਾ ਹੈ ਜਪ ਕੇ ਅਹੰਕਾਰ ਜਤਾਇਆ ਜਾਂ ਗਿਣਤੀਆਂ ਕੀਤਿਆਂ ਪਰਮਾਤਮਾ ਨਹੀਂ ਮਿਲਦਾ। ਇਸ ਪੌੜੀ ਦਾ ਸਾਰ ਤੱਤ ਇਹੀ ਹੈ, ਜਪ ਕੇ ਅਹੰਕਾਰ ਕੀਤਿਆਂ ਤੇ ਗਿਣਤੀਆਂ ਕੀਤਿਆਂ ਵੀ ਮੈਂ ਇੰਨੇ ਜਪ ਜਪੇ ਨੇ। ਸਾਹਿਬ ਨੇ ਤੇ ਅਣਗਿਣਤ ਗੱਲ ਕਹਿ ਦਿੱਤੀ ਹੈ ਨਾ, ਆਪਾਂ ਪਹਿਲੀਆਂ ਪੌੜੀਆਂ ਵਿੱਚ ਪੜ੍ਹ ਚੁੱਕੇ ਹਾਂ ਵੀ ਇੱਕ ਦੂ ਜੀਪੋ ਲੱਖ ਹੋਏ, ਲੱਖ ਹੋਵੇਂ ਲੱਖ 20, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਜੇ ਉਹਦੀ ਬਖਸ਼ਿਸ਼ ਹੋ ਜਾਏ, ਉਹਦਾ ਕਰਮ ਹੋ ਜਾਏ, ਉਹਦੀ ਰਹਿਮ ਵਰਤ ਜਾਏ ਤਾਂ ਕਿਸੇ ਨੂੰ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ, ਉਹਦੀ ਵਿਛੋੜੇ ਵਾਲੀ ਵਿੱਥ ਮਿਟ ਜਾਂਦੀ ਹੈ। ਫਿਰ ਜਿਸ ਨੂੰ ਨਦਰ ਕਰੇ ਤੂੰ ਆਪਣੀ ਤਾਂ ਉਹ ਮਾਲਕ ਵਿੱਚ ਅਭੇਦ ਹੋਵੇਗਾ। ਜਿਸ ਉੱਤੇ ਉਹਦੀ ਦ੍ਰਿਸ਼ਟੀ ਹੋ ਜਾਏ, ਜਿਹਦੇ ਉੱਤੇ ਕਿਰਪਾ ਹੋ ਜਾਏ। ਤੇ ਜੇ ਕਿਰਪਾ ਨਹੀਂ ਤਾਂ ਫਿਰ ਲੱਖਾਂ ਲੋਕ ਜਪਦੇ ਪਏ ਨੇ ਪਰ ਰੱਬ ਤੋਂ ਵਿਛੜੇ ਬੈਠੇ ਨੇ। ਬਸ ਇੱਕ ਮਿਹਰ ਦੀ ਨਜ਼ਰ, ਇੱਕ ਰਹਿਮ ਦੀ ਦ੍ਰਿਸ਼ਟੀ, ਇੱਕ ਕਿਰਪਾ ਭਰੀ ਕਟਾਖ ਨਜ਼ਰ ਜਿਸ ਉੱਤੇ ਪੈ ਗਈ ਉਹਦਾ ਜਪਣਾ ਸਫਲ ਹੋ ਜਾਣਾ ਹੈ। ਅਹੰਕਾਰ ਨਹੀਂ ਬਣਨਾ ਤੇ ਬਰਾਬਰੀ ਕਰਨ ਦਾ ਚਾਉ ਪੈਦਾ ਨਹੀਂ ਹੋਣਾ। ਉਹਦੇ ਚਿੱਤ ਵਿੱਚ ਨਿਮਰਤਾ, ਸਨੇਹ, ਅਦਬ ਤੇ ਇਕਾਗਰਤਾ ਬਣ ਜਾਏਗੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੂਹ ਸੰਗਤ ਦੇ ਸਿਰ ਤੇ ਆਪਣੀ ਬਖਸ਼ਿਸ਼ ਭਰਿਆ ਹੱਥ ਰੱਖਣ, ਫਿਰ ਕਹਿ ਸਕੀਏ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਉਹ ਨਾਮ ਸਾਡੀ ਝੋਲੀ 'ਚ ਪੈ ਜਾਏ, ਫਿਰ ਜਪਿਆ ਹੋਇਆ ਸਾਡਾ ਪ੍ਰਵਾਨ ਚੜ੍ਹ ਜਾਏਗਾ। ਮੇਰੀਆਂ ਭੁੱਲਾਂ ਖਿਮਾ ਕਰ ਦੇਣੀਆਂ। ਗੁਰੂ ਬਾਣੀ ਦੇ ਅਮੋਲਕ ਬਚਨ, ਗੁਰੂ ਇਤਿਹਾਸ ਆਪਣੇ ਹਿਰਦਿਆਂ ਵਿੱਚ ਸਮੋ ਲੈਣਾ ਜੀ। ਅਦਬ ਸਤਕਾਰ ਪਿਆਰ ਸਹਿਤ ਸਮੂਹ ਸੰਗਤ ਰਲ ਮਿਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ ਕਰੀ